ਹੈਲੋ ਫਰੈਂਡਸ, ਮੈਂ ਇਕਬਾਲ ਸਿੰਘ ਹੰਸ ਕੋਚਿੰਗ ਤੋਂ। ਅੱਜ ਆਪਾਂ ਗੱਲ ਕਰਾਂਗੇ ਪ੍ਰੈਪੋਜੀਸ਼ਨ ਦੀ। ਪ੍ਰੈਪੋਜੀਸ਼ਨ ਤੇ ਉਸ ਨੂੰ ਕਿਵੇਂ ਸਹੀ ਤਰ੍ਹਾਂ ਨਾਲ ਯੂਜ਼ ਕੀਤਾ ਜਾਂਦਾ ਹੈ। ਹਾਊ ਟੂ ਯੂਜ਼ them ਕਰੈਕਟਲੀ। ਆਓ ਦੇਖਦੇ ਹਾਂ। ਪ੍ਰੈਪੋਜੀਸ਼ਨ ਦੋ ਵਰਡਸ ਦੇ ਜੋੜ ਨਾਲ ਬਣਿਆ ਹੈ, ਪ੍ਰੀ ਪਲੱਸ ਪੋਜੀਸ਼ਨ। ਪ੍ਰੀ ਮੀਨਸ ਬਿਫੋਰ, ਪਹਿਲਾਂ, ਤੇ ਪੋਜੀਸ਼ਨ ਮੀਨਸ ਪਲੇਸ, ਜਗ੍ਹਾ, ਥਾਂ। So preposition is placed before noun or pronoun to show its relation with the other words of the sentence. Preposition ਨੂੰ noun ਜਾਂ pronoun ਦੇ ਪਹਿਲਾਂ place ਕੀਤਾ ਜਾਂਦਾ ਹੈ, ਉਸ ਦਾ ਰਿਲੇਸ਼ਨ ਜਿਹੜਾ ਬਾਕੀ ਵਰਡਸ ਦੇ ਨਾਲ, ਸੈਂਟੈਂਸ ਦੇ ਬਾਕੀ ਵਰਡਸ ਨਾਲ ਉਸ ਦੇ ਰਿਲੇਸ਼ਨ ਨੂੰ ਸ਼ੋ ਕਰਨ ਵਾਸਤੇ। ਜਿਵੇਂ ਕਿ the book is on the table। ਬੁੱਕ ਕਿੱਥੇ ਹੈ? ਟੇਬਲ ਦੇ ਉੱਪਰ। ਟੇਬਲ ਦਾ ਤੇ ਬੁੱਕ ਦਾ ਰਿਲੇਸ਼ਨ ਆਪਸ ਵਿੱਚ ਜਿਹੜਾ ਹੈ ਪ੍ਰੈਪੋਜੀਸ਼ਨ on ਸ਼ੋ ਕਰ ਰਹੀ ਹੈ। The pen is in the ink pot। The man is behind the building। The toy is under the chair। ਤੇ ਹੁਣ ਇਹ ਜਿਹੜੀਆਂ ਪ੍ਰੈਪੋਜੀਸ਼ਨ ਨੇ on, in, behind, under, ਇਹ ਰਿਲੇਸ਼ਨ ਦੱਸ ਰਹੀਆਂ ਨੇ ਬਾਕੀ ਸੈਂਟੈਂਸ ਦੇ ਨਾਲ, ਬਾਕੀ ਵਰਡਸ ਦੇ ਨਾਲ। ਸੈਂਟੈਂਸ ਦੇ ਵਿੱਚ ਜਿਹੜੇ ਵਰਡਸ ਨੇ ਇਸ ਨਾਉਨ ਜਾਂ ਪ੍ਰੋਨਾਉਨ ਦਾ ਬਾਕੀਆਂ ਨਾਲ ਕੀ ਸੰਬੰਧ ਹੈ ਆਪਸ 'ਚ, ਉਸ ਨੂੰ ਦੱਸਦੀਆਂ ਨੇ। ਸਭ ਤੋਂ ਪਹਿਲਾਂ ਆਪਾਂ ਪ੍ਰੈਪੋਜੀਸ਼ਨ ਐਟ ਲੈਂਦੇ ਹਾਂ, ਜਿਸ ਦਾ ਮੀਨਿੰਗ ਹੈ ਤੇ ਜਾਂ ਵਿੱਚ, ਤੇ ਉਸ ਨੂੰ ਇਸ ਤਰ੍ਹਾਂ ਯੂਜ਼ ਕੀਤਾ ਜਾਂਦਾ ਹੈ ਕਿਸ ਦੇ ਨਾਲ? ਨੇਮ ਆਫ ਸਮਾਲ ਪਲੇਸਿਸ, ਛੋਟੀ ਜਗ੍ਹਾਵਾਂ ਦੇ ਨਾਮ ਦੇ ਨਾਲ। ਪੁਆਇੰਟ ਆਫ ਟਾਈਮ, ਟਾਈਮ ਇੰਡੀਕੇਟਿੰਗ ਵਰਡਸ। age or stage for telling cost of things with events or festivals। ਤੇ ਕੁਝ phrases ਤੇ words ਦੇ ਨਾਲ ਆਪਾਂ ਇਹਨਾਂ ਨੂੰ use ਕਰਦੇ ਹਾਂ। ਹੁਣ preposition at ਦਾ use ਆਪਾਂ ਦੇਖਦੇ ਹਾਂ। ਪਹਿਲਾ ਜਿਵੇਂ ਸੀ name of small places। he lives at ਭਵਾਨੀ village। ਉਹ ਭਵਾਨੀ village ਵਿੱਚ ਰਹਿੰਦਾ ਹੈ। she lives at ਕਿਸ਼ਨਪੁਰੀ, ਇੱਕ ਮੁਹੱਲੇ ਦਾ ਨਾਮ ਲਿਆ ਤਾਂ ਆਪਾਂ at use ਕੀਤਾ। He was standing at bus stop। ਉਹ ਬੱਸ ਸਟਾਪ ਤੇ ਖੜਿਆ ਸੀ। At, he lives at ਰੋਹਿਣੀ in Delhi। ਹੁਣ ਰੋਹਿਣੀ ਜਿਹੜਾ ਹੈ ਇੱਕ ਇਲਾਕਾ ਹੈ ਦਿੱਲੀ ਦੇ ਵਿੱਚ, ਤੇ ਆਪਾਂ ਜੇ ਇਕੱਲਾ ਰੋਹਿਣੀ ਯੂਜ਼ ਕਰੀਏ ਤਾਂ ਆਪਾਂ ਕਹਿ ਸਕਦੇ ਹਾਂ he lives in ਰੋਹਿਣੀ। ਬਟ ਦਿੱਲੀ ਦੇ ਨਾਲ ਆਪਾਂ ਯੂਜ਼ ਕਰ ਰਹੇ ਹਾਂ ਤਾਂ ਦਿੱਲੀ ਨਾਲੋਂ ਰੋਹਿਣੀ ਬਹੁਤ ਛੋਟਾ ਹੈ, ਇਸ ਕਰਕੇ at ਰੋਹਿਣੀ in Delhi। He lives at Delhi in India। ਹੁਣ ਇੰਡੀਆ ਦੇ ਮੁਕਾਬਲੇ ਦਿੱਲੀ ਛੋਟਾ ਏਰੀਆ ਹੋ ਗਿਆ, ਤੇ ਇਸ ਕਰਕੇ ਐਟ ਦਿੱਲੀ ਇਨ ਇੰਡੀਆ, ਨਹੀਂ ਤਾਂ ਕੱਲਾ ਦਿੱਲੀ ਨੂੰ ਆਪਾਂ ਇਨ ਦਿੱਲੀ ਕਹਿ ਜਾਂਦੇ ਹਾਂ। ਪੁਆਇੰਟ ਆਫ ਟਾਈਮ ਔਰ ਟਾਈਮ ਇੰਡੀਕੇਟਿੰਗ ਵਰਡਸ। ਹੀ ਵਿਲ ਕਮ ਐਟ 10 AM। ਉਹ ਸਵੇਰੇ 10 ਵਜੇ ਆਏਗਾ। ਐਟ 10 AM। ਸ਼ੀ ਰਿਪੋਰਟਡ ਐਟ 10 o'clock। ਉਸਨੇ 10 ਵਜੇ ਰਿਪੋਰਟ ਕੀਤੀ। ਐਟ 10 o'clock। ਹੀ ਵਾਜ਼ ਐਕਸਪੈਕਟਡ ਟੂ ਰੀਚ ਐਟ ਨਾਈਟ। ਆਪਾਂ ਇਦਾਂ ਹੀ ਕਹਿੰਦੇ ਹਾਂ ਐਟ ਨੂਨ, ਐਟ ਆਫਟਰਨੂਨ, ਐਟ ਡਾਨ, ਐਟ ਡਸਕ, ਐਟ ਡੇਬ੍ਰੇਕ। ਟਾਈਮ ਇੰਡੀਕੇਟਿੰਗ ਵਰਡਸ। ਏਜ ਔਰ ਸਟੇਜ। ਹੀ ਪਾਸਡ ਅਵੇ ਐਟ ਦ ਏਜ ਆਫ 80। 80 ਸਾਲ ਦੀ ਉਮਰ 'ਚ ਉਹ ਚੱਲ ਬਸਿਆ। ਐਟ, ਆਈ ਜੁਆਇਨਡ ਡਿਫੈਂਸ ਸਰਵਿਸਿਜ਼ ਐਟ 20। ਮੈਂ 20 ਸਾਲ ਦੀ ਉਮਰ ਵਿੱਚ ਡਿਫੈਂਸ ਸਰਵਿਸਿਜ਼ ਨੂੰ ਜੁਆਇਨ ਕਰਿਆ। ਫॉर ਟੈਲਿੰਗ ਕਾਸਟ ਆਫ ਥਿੰਗਸ and speed। diesel sells at ₹69 a litre। ਡੀਜ਼ਲ ਕਿਵੇਂ 69 ਰੁਪਏ ਲੀਟਰ ਵੇਚਿਆ ਜਾਂਦਾ ਹੈ। apples are selling at ₹80 a kg। 80 ਰੁਪਏ ਕਿਲੋ ਸੇਬ ਵਿਕ ਰਹੇ ਹਨ। he got this pen at ₹25। ਉਸ ਨੂੰ ਇਹ ਪੈਨ ਜਿਹੜਾ ਹੈ 25 ਰੁਪਏ ਦਾ ਮਿਲਿਆ। at ₹69 a litre, at ₹80 a kg, at ₹25। he is driving at 90 km an hour। ਸਪੀਡ ਦੱਸਣ ਵਾਸਤੇ ਆਪਾਂ at यूज ਕਰਿਆ। ਉਹ ਡਰਾਈਵ ਕਰ ਰਿਹਾ ਹੈ 90 ਕਿਲੋਮੀਟਰ ਪ੍ਰਤੀ ਘੰਟੇ ਦੇ ਹਿਸਾਬ ਨਾਲ। with events or festivals। he will come home at Diwali। last time we came at his birthday। we will go there
at Lohri. Some phrases and words, कुछ phrases ਤੇ words ਦੇ ਨਾਲ ਆਪਾਂ at ਲਾਉਂਦੇ ਆ, ਜਿਵੇਂ grumble at, shot at, laugh at, look at, aim at, smile at, kick at home, at the station, at the airport, at a lecture, at the top, at college, at the bottom, at the bus stop, at university. ਇਹਨਾਂ ਨਾਲ ਆਪਾਂ at ਲਾਉਂਦੇ ਆ। ਹੁਣ ਅਗਲੀ ਪ੍ਰੈਪੋਜੀਸ਼ਨ ਹੈ in. In means which, used with places, time and objects. ਇਹਦਾ use ਜਿਹੜਾ ਹੈ places ਦੇ ਨਾਲ, ਸਮੇਂ ਦੇ ਨਾਲ ਜਾਂ objects ਦੇ ਨਾਲ ਕੀਤਾ ਜਾਂਦਾ ਹੈ, ਜਿਵੇਂ ਕਿ bigger places। ਜਦੋਂ small places ਆਪਾਂ ਕਿਹਾ ਸੀ, ਛੋਟੀਆਂ places ਦੇ ਵਿੱਚ ਆਪਾਂ at ਲਾਉਂਦੇ ਸੀ, ਤਾਂ bigger places ਦੇ ਨਾਲ ਆਪਾਂ in ਲਾਉਣਾ ਹੈ। We live in India. Ravi lives in Delhi. He will study in Canada. He is staying in a hotel. She does her morning walk in a park. With time, ਸਮੇਂ ਦੇ ਨਾਲ ਆਪਾਂ in ਲਾਉਂਦੇ ਆ, ਜਿਵੇਂ he will finish his graduation in 2 years. She was born in 1997. He started his work in January. It will be less effective in summer. We completed it in a week. ਤਾਂ ਅਸੀਂ ਆਪਾਂ ਇਦਾਂ in use ਕਰ ਰਹੇ ਹਾਂ। They will meet us in the evening. I will reach there in half an hour. With objects, this song is saved in my laptop. ਇਹ song ਜਿਹੜਾ ਹੈ ਮੇਰੇ ਲੈਪਟਾਪ ਵਿੱਚ ਸੇਵ ਕੀਤਾ ਹੋਇਆ ਹੈ। In. I saw his photo in your mobile. ਉਸ ਦੀ ਫੋਟੋ ਮੈਂ ਤੁਹਾਡੇ ਮੋਬਾਈਲ ਵਿੱਚ ਵੇਖੀ। In. I read it in this book. ਇਸ ਬੁੱਕ ਵਿੱਚ ਪੜ੍ਹਿਆ ਮੈਂ ਇਸ ਨੂੰ। ਕੁਝ ਅਦਰ ਵਰਡਸ, ਜਿਵੇਂ ਕਿ he is in the navy, ਉਹ ਨੇਵੀ ਵਿੱਚ ਹੈ। She is in the politics, ਉਹ ਪੋਲਿਟਿਕਸ ਵਿੱਚ ਹੈ। He is sitting in his car, ਆਪਣੀ ਕਾਰ ਵਿੱਚ ਬੈਠਿਆ ਹੈ। In. He goes to the office in a taxi. ਸਾਡੀ ਅਗਲੀ ਪ੍ਰੈਪੋਜੀਸ਼ਨ ਹੈ into. Into is going in with motion, ਗਤੀ ਦੇ ਨਾਲ, ਕਿਸੇ ਜਗ੍ਹਾ ਦੇ ਵਿੱਚ ਗਤੀ ਦੇ ਨਾਲ ਜਾਣਾ, ਉਸ ਨੂੰ ਆਪਾਂ into use ਕਰਦੇ ਹਾਂ। The dog fell into the well. Into the well, ਕੁੱਤਾ ਜਿਹੜਾ ਹੈ ਖੂਹ ਵਿੱਚ ਗਿਰ ਗਿਆ। Into, motion ਦੇ ਨਾਲ ਗਿਆ। He jumped into the river. The thieves broke into his house. For changing from one medium to another, ਇੱਕ ਮੀਡੀਅਮ ਵਿੱਚੋਂ ਦੂਜੇ 'ਚ ਬਦਲਣ ਵਾਸਤੇ ਵੀ ਆਪਾਂ into use ਕਰਦੇ ਹਾਂ। Milk turns into curd. ਦੁੱਧ ਜਿਹੜਾ ਦਹੀਂ ਵਿੱਚ ਬਦਲਿਆ। Water turns into ice. ਪਾਣੀ ਜਿਹੜਾ ਬਰਫ਼ ਵਿੱਚ ਬਦਲਦਾ ਹੈ। ਅਦਰ ਕੁਝ ਹੋਰ ਜਗ੍ਹਾ ਆਪਾਂ use ਕਰਦੇ ਹਾਂ। The inspector inquired into the case. ਇੰਸਪੈਕਟਰ ਨੇ ਕੇਸ ਵਿੱਚ ਇਨਕੁਆਇਰੀ ਕੀਤੀ। He has insight into man's character. Preposition on. On means ਉੱਪਰ ਜਾਂ ਤੇ, giving a feeling of touch. ਕੋਈ ਚੀਜ਼ ਕਿਸੇ ਚੀਜ਼ ਦੇ ਉੱਪਰ ਪਈ ਹੈ ਤੇ ਉਸ ਨੂੰ ਟੱਚ ਕਰ ਰਹੀ ਹੈ ਤਾਂ ਆਪਾਂ on use ਕਰਦੇ ਹਾਂ। ਜਿਵੇਂ the book is on the table. ਕਿਤਾਬ ਜਿਹੜੀ ਟੇਬਲ ਤੇ ਪਈ ਹੈ। On. He was sitting on a bench. ਉਹ ਬੈਂਚ ਤੇ ਬੈਠਿਆ ਹੋਇਆ ਸੀ। He is carrying the luggage on his head. ਉਸਨੇ ਸਮਾਨ ਆਪਣੇ ਸਿਰ ਤੇ ਚੁੱਕਿਆ ਹੈ। On his head, on a bench, on the table. With time expressing words. ਸਮੇਂ ਨੂੰ ਐਕਸਪ੍ਰੈਸ ਕਰਦੇ ਜਿਹੜੇ words ਨੇ ਉਹਨਾਂ ਨਾਲ ਵੀ ਆਪਾਂ on ਲਗਾਉਂਦੇ ਹਾਂ। He will reach on Monday. She left on Sunday evening. On ਨੂੰ ਲੈਂਦੇ ਆਪਾਂ ਬੱਸ, ਟ੍ਰੇਨ, ਐਰੋਪਲੇਨ, ਸ਼ਿਪ, ਸਾਈਕਲ, ਸਕੂਟਰ ਜਾਂ on foot, on a horse ਔਰ ਜਾਂ ਫਿਰ on an elephant. ਇਹਨਾਂ ਨਾਲ ਆਪਾਂ on ਲਗਾਉਂਦੇ ਹਾਂ। ਜਿਵੇਂ he was on a bus ਜਾਂ on a train. He was going on foot. ਪੈਦਲ ਜਾ ਰਿਹਾ ਸੀ ਉਹ। He was riding on a horse. She is going on her cycle. When things are in motion, we use upon or onto. ਜਦੋਂ ਚੀਜ਼ਾਂ ਮੋਸ਼ਨ ਦੇ ਵਿੱਚ ਕਿਸੇ ਚੀਜ਼ ਦੇ ਉੱਪਰ ਜਾਂਦੀਆਂ ਹਨ ਤਾਂ ਆਪਾਂ upon ਜਾਂ onto ਲਾਉਂਦੇ ਹਾਂ। ਜਿਵੇਂ the lion sprang upon the deer.
I jumped onto the horse, ਤਾਂ ਆਪਾਂ motion ਵਿੱਚ ਹੋਵੇ ਤਾਂ ਆਪਾਂ upon ਤੇ on to ਲਾਵਾਂਗੇ। Preposition between and among. Between is used with two persons or things. Between ਜਿਹੜਾ ਹੈ ਦੋ ਬੰਦਿਆਂ ਵਿੱਚ ਜਾਂ ਦੋ ਚੀਜ਼ਾਂ ਵਿੱਚ ਯੂਜ਼ ਕੀਤਾ ਜਾਂਦਾ ਹੈ ਤੇ among ਜਿਹੜਾ ਹੈ ਜੇ ਦੋ ਨਾਲ ਜ਼ਿਆਦਾ ਹੋਣ ਤਾਂ among ਯੂਜ਼ ਕਰਦੇ ਹਾਂ ਆਪਾਂ। ਪੰਜਾਬੀ ਵਿੱਚ ਇਹਨਾਂ ਦੋਹਾਂ ਦਾ ਮਤਲਬ ਹੈ ਵਿਚਕਾਰ। Divide these apples equally between Ravi and Gagan. ਦੋ ਬੰਦਿਆਂ ਦੇ ਵਿੱਚ ਆਪਾਂ between ਲਾਇਆ। He was standing between his father and his mother. Between ਦੋ ਬੰਦੇ, his father and his mother. Divide these mangoes among the children. ਹੁਣ children ਜਿਹੜੇ ਨੇ, ਬੱਚੇ ਜਿਹੜੇ ਨੇ ਦੋ ਤੋਂ ਜ਼ਿਆਦਾ ਨੇ, ਇਸ ਕਰਕੇ among. Distribute these books among the students. ਇਹਨਾਂ ਕਿਤਾਬਾਂ ਨੂੰ ਸਟੂਡੈਂਟਸ ਦੇ ਵਿੱਚ ਵੰਡ ਦਿਓ among the students, ਕਿਉਂਕਿ ਸਟੂਡੈਂਟਸ ਦੋ ਤੋਂ ਜ਼ਿਆਦਾ ਨੇ। We can share these clothes amongst us. ਹੁਣ amongst ਕਿੱਥੇ ਲਾਉਂਦੇ ਆ? ਉਹ ਸ਼ਬਦ ਜਿਹੜੇ ਵਾਵਲ ਦੇ ਨਾਲ ਸ਼ੁਰੂ ਹੁੰਦੇ ਨੇ। ਵਾਵਲ ਕਿਹੜੇ ਹੁੰਦੇ ਨੇ? AEIOU। ਜੇ ਸਾਡਾ ਆਬਜੈਕਟ ਜਿਹੜਾ ਹੈ ਵਾਵਲ ਨਾਲ ਸ਼ੁਰੂ ਹੋ ਰਿਹਾ ਹੋਵੇ ਤਾਂ ਆਪਾਂ amongst ਲਾਵਾਂਗੇ, among ਨਹੀਂ ਲਾਵਾਂਗੇ। We can share these clothes amongst us. Preposition beside ਤੇ besides. Beside is used for meaning by the side of, ਨਾਲ ਜਾਂ ਨੇੜੇ, and besides is used for in addition to ਜਾਂ ਉਸ ਦੇ ਨਾਲ। ਹੁਣ ਐਗਜ਼ਾਮਪਲ ਤੋਂ ਸਮਝੀਏ, the child was sitting beside his father. ਬੱਚਾ ਜਿਹੜਾ ਆਪਣੇ ਫਾਦਰ ਦੇ ਨਾਲ ਬੈਠਿਆ ਸੀ, ਨੇੜੇ ਬੈਠਿਆ ਸੀ। go and sit beside your friend. ਆਪਣੇ ਫਰੈਂਡ ਦੇ ਨਾਲ ਜਾ ਕੇ ਬੈਠੋ। besides ਕਿਵੇਂ ਲਾਵਾਂਗੇ? besides ਪੰਜਾਬੀ, I know English and ਹਿੰਦੀ। ਹੁਣ ਪੰਜਾਬੀ ਦੇ ਨਾਲ ਨਾਲ ਮੈਨੂੰ ਇੰਗਲਿਸ਼ ਤੇ ਹਿੰਦੀ ਵੀ ਆਉਂਦੀ ਹੈ, ਮਤਲਬ ਪੰਜਾਬੀ ਵੀ ਆਉਂਦੀ ਹੈ ਤੇ ਉਸ ਦੇ ਨਾਲ in addition to. Besides Ravi, all his friends were present in the game. ਰਵੀ ਦੇ ਨਾਲ ਨਾਲ ਉਸ ਦੇ ਬਾਕੀ ਦੋਸਤ ਵੀ ਗੇਮ ਦੇ ਵਿੱਚ ਪ੍ਰੈਜ਼ੈਂਟ ਸਨ। Besides ਦਾ ਮਤਲਬ ਹੈ ਨਾਲ, means in addition to this person, ਅਤੇ except ਦਾ ਮਤਲਬ ਹੈ ਦੇ ਇਲਾਵਾ, means minus this person। ਜਿਵੇਂ except Ravi, all his friends were present in the game. ਰਵੀ ਤੋਂ ਇਲਾਵਾ means ਰਵੀ ਉੱਥੇ present ਨਹੀਂ ਸੀ, ਬਾਕੀ ਸਾਰੇ ਦੋਸਤ ਉਸਦੇ present ਸਨ। means ਰਵੀ was not present। ਜਦੋਂ ਆਪਾਂ ਇਹ ਕਿਹਾ besides Ravi, all his friends were present in the game, ਮਤਲਬ ਰਵੀ ਵੀ present ਸੀ ਤੇ ਉਸਦੇ ਬਾਕੀ ਦੋਸਤ ਵੀ present ਸੀ। ਪਰ except Ravi ਜਦੋਂ ਕਿਹਾ ਤਾਂ ਆਪਾਂ ਕਿਹਾ ਕਿ ਰਵੀ present ਨਹੀਂ ਸੀ ਪਰ ਬਾਕੀ ਦੋਸਤ present ਸੀਗੇ। except ਮਤਲਬ ਇਲਾਵਾ ਤੇ besides ਮਤਲਬ ਨਾਲ। Preposition above. Above is used for meaning higher than ਜਾਂ ਉੱਪਰ। The aeroplane is flying above the cloud. Aeroplane ਜਿਹੜਾ ਹੈ clouds ਤੋਂ ਉੱਪਰ fly ਕਰ ਰਿਹਾ ਹੈ। This place is 1000 meter above sea level. Above is used for meaning more than, ਉਸ ਤੋਂ ਜ਼ਿਆਦਾ। There are above 30 children in the ground. Ground ਵਿੱਚ 30 ਤੋਂ ਜ਼ਿਆਦਾ ਬੱਚੇ ਹਨ। Above. His expenses are above his income. ਉਸਦੇ ਜਿਹੜੇ expenses ਨੇ, ਖਰਚੇ ਨੇ, income ਤੋਂ ਜ਼ਿਆਦਾ ਨੇ। Above is used for meaning superior to. His integrity is above suspicion. ਉਸਦੀ integrity ਜਿਹੜੀ ਹੈ ਸ਼ੱਕ ਤੋਂ ਉੱਪਰ ਹੈ, means ਸ਼ੱਕ ਨਹੀਂ ਕੀਤਾ ਜਾ ਸਕਦਾ ਉਸਦੇ ਉੱਪਰ। Preposition over. Over is used for meaning ਉੱਪਰ, but covering. ਉੱਪਰ ਕੋਈ ਚੀਜ਼ ਪਈ ਹੈ ਉਸ ਨੂੰ ਕਵਰ ਕਰ ਰਹੀ ਹੈ। ਜਦੋਂ ਉੱਪਰ ਵੈਸੇ ਪਈ ਹੋਵੇ ਤਾਂ ਆਪਾਂ ਔਨ ਲਾਉਂਦੇ ਹਾਂ, ਪਰ ਕਵਰ ਕਰ ਰਹੀ ਹੈ ਤਾਂ ਆਪਾਂ ਓਵਰ ਲਾਵਾਂਗੇ। Please spread this cloth over this table. Please spread this cloth over the table. ਜੇ ਉਸ ਨੂੰ ਕਵਰ ਨਹੀਂ ਕਰ ਰਹੀ, ਇਹ ਜਿਹੜਾ ਕਲੋਥ ਹੈ, ਕਪੜਾ ਹੈ, ਜੇ ਟੇਬਲ ਨੂੰ ਕਵਰ ਨਹੀਂ ਕਰ ਰਿਹਾ ਆਪਾਂ ਕਹਾਂਗੇ keep this cloth on the table. ਜੇ ਕਵਰ ਕਰ ਰਿਹਾ ਤਾਂ ਆਪਾਂ ਕਹਾਂਗੇ spread this cloth over the table. The bridge is built over the river. Over is used for meaning more than, ਇੱਕ ਤੋਂ ਜ਼ਿਆਦਾ। Gauri is over 20. 20 ਸਾਲ ਤੋਂ ਜ਼ਿਆਦਾ ਹੈ ਉਸਦੀ ਉਮਰ। Over is used for meaning ਅੰਤ ਹੋਣਾ, ਕਿਸ ਚੀਜ਼ ਦਾ ਸਮਾਪਤ ਹੋਣਾ। This session is over at 5 PM.
Over is used for meaning in excess, overeating, overdraw, overcrowd, overtake, over. Preposition below and under. Below is used for meaning lower than, less than or inferior to, किसी चीज नाल घट होना या नीचे होना, किसी दे घटिया होना। My brother is below 55, 55 साल तो नीचे है उसकी उम्र। His income is below 30,000 a month, below 30,000 तो नीचे है उसकी इनकम। This work is below my dignity, मेरी डिग्निटी तो नीचे कम है। Under is used for meaning हेठा, अधीन, घट या अनुसार। He was sitting under the tree, वृक्ष के नीचे बैठा हुआ सी। He works under her in the office, ਉਹ ਉਸ ਦੇ ਅੰਡਰ ਕੰਮ ਕਰਦਾ ਹੈ, ਉਸ ਦੇ ਅਧੀਨ ਕੰਮ ਕਰਦਾ ਹੈ ਆਫਿਸ ਦੇ ਵਿੱਚ। I refused because she was under age, क्योंकि उसकी उम्र घट सी, अंडर। Property was given to him under his father's will, उसदी फादर ਦੀ will ਦੇ ਅਨੁਸਾਰ under his father's will ਉਸ ਨੂੰ property ਦਿੱਤੀ ਗਈ। He is under suspicion due to his behavior, ਆਪਣੇ behavior ਕਾਰਨ under suspicion ਹੈ, ਉਹ means ਸ਼ੱਕ ਦੇ ਦਾਇਰੇ ਵਿੱਚ ਹੈ। Preposition by, by is used for meaning near या नेड़े। His village is by the river, she lives by my house। By is used for meaning up to, पहला जब तक। He will reach here by 10 am, 10 बजे तक पहुंच जाएगा। He will return by the end of this week, इस हफ्ते के अंत विच वापस आएगा। They will catch him by tomorrow evening, कल शाम तक उसਨੂੰ फड़ लेंगे। By is used for meaning तो या इस द्वारा। He goes to work by train, by cycle, by boat, by car, by taxi, इस तरह ਆਪਾਂ यूज कर लेने हैं वर्ड्स। by air, by road, by sea। by is used for meaning during या उसके दौरान। He traveled by night, the sun shines by day। by is used for passive voice, passive voice ਦੇ ਵਿੱਚ active ਤੋਂ passive ਜਦੋਂ ਬਣਾਉਣੇ ਆ ਤਾਂ ਆਪਾਂ by ਲਾਉਣੇ ਆ। The student was beaten by the teacher, he was caught by the police। by is used for rate, weight, measurement, expressing words। ਇਹੋ ਜਿਹੇ ਜਿਹੜੇ words ਨੇ ਉਹਨਾਂ ਨਾਲ by ਲਾਣੇ ਆਪਾਂ, ਜਿਵੇਂ ਡੀਜ਼ਲ is sold by the liter, ਡੀਜ਼ਲ ਨੂੰ ਲੀਟਰ ਦੇ ਹਿਸਾਬ ਨਾਲ ਵੇਚਿਆ ਜਾਂਦਾ ਹੈ। mangoes are sold by the kilo, ਕਿਲੋ ਦੇ ਹਿਸਾਬ ਨਾਲ ਮੈਂਗੋ ਵੇਚੇ ਜਾਂਦੇ ਹਨ। this shop is 10 feet by 20 feet, ਹੁਣ measurement ਦੱਸ ਰਹੇ ਆਪਾਂ ਤਾਂ 10 feet by 20 feet। by is used for method। he was paid by check, ਚੈੱਕ ਰਾਹੀਂ ਉਸ ਨੂੰ ਪੇਮੈਂਟ ਕੀਤੀ ਗਈ। he received the order by email, he got the information by messenger। by is used for with these phrases, ਇਹਨਾਂ phrases ਦੇ ਨਾਲ ਆਪਾਂ by ਲਾਉਣੇ ਆ। by chance, by force, by heart, by himself, by God, by mistake। preposition behind, behind is used for meaning at the back of या उसके पीछे। he is hiding behind a tree, वो वृक्ष के पीछे लुकिया होया है। he left a lot of money behind him, अपने पीछे उसने बहुत सारा पैसा छड़िया। behind। preposition of, of is used for meaning reason या कारण। the old man died of malaria, बूढ़े आदमी दी मलेरिया नाल डेथ हो गई। of malaria। the poor man died of hunger, भुख नाल मर गया गरीब आदमी। he is tired of hard work। what is the cause of his absence? I am fond of music। of is used for meaning तो। this box is made of wood, ਲੱਕੜ ਦਾ ਬਣਿਆ ਹੈ ਬਾਕਸ। he comes of a poor family, वो poor family तो आउंदा है या belong करता है। she comes of a rich family। of is used for meaning इस बारे। I have heard of his talent,
उसके टैलेंट बारे मैनू सुनिया है मैं। We informed the police of the robbery. They are convinced of his innocence. उसकी innocence बारे वो convinced हैं। Of is used for quality, ownership या point of reference. He is a man of principle. वो असूलों का पक्का आदमी है। Of principle, man of principle. He stayed in the house of the businessman. The beggar was blind of one eye. Of is used with some words or within some phrases जिमें full of, proud of, get rid of, take care of, ashamed of, accused of, aware of, think of. एक और of है OFF. Of is used for separation. किसी चीज तो किसी चीज ਨੂੰ ਅੱਡ ਕਰਨਾ। The little boy fell off the roof. छोटा लड़का छत ਤੋਂ गिर गया। Put off your coat. Switch off the light. A monkey jumped off the tree. Leaves are falling off the tree. Preposition till ਤੇ until तक, दोनों का मीनिंग तक है। He will stay there till next Sunday या until next Sunday, अपना दोनों चो कोई भी यूज कर सकते हैं। She works there till 5 PM. Wait here till I come back. Preposition round and around. Round is used for चारों पासे, in circle. We were sitting round the table for meeting. ਅਸੀਂ ਟੇਬਲ ਦੇ ਚਾਰੋਂ ਪਾਸੇ ਮੀਟਿੰਗ ਵਾਸਤੇ ਬੈਠੇ ਸੀ। The earth moves round the sun. ਧਰਤੀ ਸੂਰਜ ਦੇ ਦੁਆਲੇ ਘੁੰਮਦੀ ਹੈ। Around is used for ਬਾਹਰੋਂ ਆਸ-ਪਾਸ ਜਾਂ ਇੱਥੇ ਉੱਥੇ ਜਾਂ ਫਿਰ ਲਗਭਗ। They were sitting around the park. Stop roaming around and do some work. ਇੱਧਰ ਉੱਧਰ ਘੁੰਮਣਾ ਛੱਡੋ, ਕੁਝ ਕੰਮ ਕਰੋ। There were around 20 boys in the garden. Garden ਵਿੱਚ ਲਗਭਗ 20 ਬੱਚੇ ਸੀ। Preposition up and down. Up is used for ਉੱਪਰ, ਉੱਚੀ ਜਾਂ ਅੰਤ। He went up the hill. He climbed up the tree. The price of gold is going up. सोने का ਜਿਹੜਾ कीमत है ऊपर जा रही है। The time is up. समय समाप्त हो गया। Why don't you stand up? Down is used for ਹੇਠਾਂ, opposite to up. Up ਦੇ opposite ਆਪਾਂ down use ਕਰਦੇ ਹਾਂ, ਹੇਠਾਂ। He came down the stairs. ਉਹ ਪੌੜੀਆਂ ਤੋਂ ਨੀਚੇ ਆਇਆ। Prices are going down now. Preposition about. About is used for ਦੇ ਬਾਰੇ ਜਾਂ ਲਗਭਗ। Have you heard about this incident? ਤੁਸੀਂ ਇਸ incident ਦੇ ਬਾਰੇ ਸੁਣਿਆ? About this incident. I have doubts about his sincerity. ਮੈਨੂੰ ਉਸ ਦੀ sincerity ਬਾਰੇ ਸ਼ੱਕ ਹੈ। About. He is about to reach his destination. ਉਹ ਆਪਣੇ destination ਤੇ ਲਗਭਗ ਪਹੁੰਚਣ ਵਾਲਾ ਹੈ। About to reach. The voting is about to begin. Voting ਜਿਹੜੀ ਸ਼ੁਰੂ ਹੋਣ ਵਾਲੀ ਹੈ। It is about 10 o'clock. लगभग 10 बजे ने, means अंदाजन नाल। The station is about 3 kilometer from here. इत्थों स्टेशन जिहड़ा लगभग 3 किलोमीटर दूर है। Preposition before and after. Before is used for सामने या पहला। He was brought before the inspector. उसनू इंस्पेक्टर दे सामने लियांदा गया। The witness appeared before the judge. I take milk before going to bed. The rain had stopped before the match started. Match ਦੇ ਸ਼ੁਰੂ ਹੋਣ ਤੋਂ ਪਹਿਲਾਂ rain ਜਿਹੜੀ ਰੁਕ ਚੁੱਕੀ ਸੀ। Before the match started. After is used for ਬਾਅਦ ਵਿੱਚ, ਬਾਅਦ। I visited the place after breakfast. Breakfast ਤੋਂ ਬਾਅਦ ਮੈਂ ਉਸ ਜਗ੍ਹਾ ਤੇ ਵਿਜ਼ਿਟ ਕੀਤੀ। He reached there after 2 days.
2 दिन तो बाद उत्थे पहुंचा। Sunday comes after Saturday। Preposition with is used for ਤੋਂ या राही। He writes with a pen, पेन ना लिखदा है वो। She cuts vegetables with a knife, चाकू नाल सब्जियां कटदी है वो। With is used for नाल। He went to a hill station with his family। She went to market with her mother। With is used for कारण। He is trembling with fear, डर नालों कंब रहा है। Her eyes were red with tears, हंजुआ नाल उसकी आंखां लाल सी। With is used for manner। The soldiers fought with courage, courage नाल लड़े सिपाही। He listened with patience। He looked down with shame। With is used for describing qualities, qualities ਦੱਸਣ ਵਾਸਤੇ ਵੀ ਆਪਾਂ with use ਕਰਦੇ ਹਾਂ। ਜਿਵੇਂ the man with a stick is coming this side, ਆਦਮੀ ਜਿਹਦੇ ਹੱਥ ਵਿੱਚ ਸਟਿਕ ਹੈ। The girl with blue eyes is singing a song, ਉਹ ਲੜਕੀ ਜਿਸ ਦੀਆਂ blue ਅੱਖਾਂ ਨੇ ਗਾਣਾ ਗਾ ਰਹੀ ਹੈ। With is used after these words, ਇਹਨਾਂ ਸ਼ਬਦਾਂ ਦੇ ਬਾਅਦ ਵੀ ਆਪਾਂ with use ਕਰਦੇ ਹਾਂ। quarrel with, satisfied with, deal with, charged with, differ with, disgusted with। Preposition to is used for destination, destination वास्ते to ਨੂੰ use ਕਰਦੇ ਹਾਂ ਆਪਾਂ। He is going to the market, market ਨੂੰ ਜਾ ਰਿਹਾ ਹੈ ਉਹ। We are going to school। He has not come to the office। She invited me to dinner। To is used for part of time, समय ਦਾ कुछ हिस्सा ਦੱਸਣ ਵਾਸਤੇ। He will reach at 9:45, 10 ਵਜਣ ਤੋਂ 15 ਮਿੰਟ ਪਹਿਲਾਂ, ਕੁਆਟਰ ਪਹਿਲਾਂ। It is 10 minutes to 5, 5 ਵਜਣ ਨੂੰ 10 ਮਿੰਟ ਰਹਿੰਦੇ ਨੇ, to 5। To is used for ਦੇ ਪ੍ਰਤੀ। You should be careful to your duty, ਆਪਣੇ ਡਿਊਟੀਜ਼ ਦੇ ਪ੍ਰਤੀ ਤੁਹਾਨੂੰ ਕੇਅਰਫੁਲ ਰਹਿਣਾ ਚਾਹੀਦਾ ਹੈ। Show respect to the elders। To is used for ਨੂੰ, ਕਿਸੇ ਨੂੰ। He gave food to the poor। He gave money to his servant। She said to me। To is used for comparison, ਕਿਸੇ ਨੂੰ ਕੰਪੇਅਰ ਕਰਨਾ ਹੋਵੇ ਚੀਜ਼ਾਂ ਨੂੰ ਤਾਂ to। He won the game by 3-1 set, ਇੱਕ ਸੈੱਟ ਦੇ ਕੰਪੈਰੀਜ਼ਨ ਵਿੱਚ 3 ਸੈੱਟਾਂ ਨਾਲੋਂ ਜਿੱਤ ਗਿਆ। She is junior to all her friends। To is used for ਨੇੜੇ। She came to me for help। He went to his friend। To is used for ਲਈ ਜਾਂ purpose। He goes to walk in the morning। She went to the college to study। She came to see me। Means of transport, ਆਪਾਂ preposition ਕਿਵੇਂ ਲਾਵਾਂਗੇ? She goes to school dash a bus and she goes to school dash bus। ਇਹ ਦੋਨੋਂ ਸੈਂਟੈਂਸ ਦੇ ਵਿੱਚ ਕੀ ਫਰਕ ਹੈ? ਇੱਕ ਵਿੱਚ ਤਾਂ ਆ ਬੱਸ ਯੂਜ਼ ਕੀਤਾ ਆਪਾਂ, ਆਰਟੀਕਲ ਲਾਇਆ, ਦੂਜੀ ਵਿੱਚ ਆਰਟੀਕਲ ਨਹੀਂ ਲਾਇਆ। ਹੁਣ ਇਹਨਾਂ ਵਿੱਚ ਆਪਾਂ preposition ਕਿਹੜੀ ਯੂਜ਼ ਕਰਾਂਗੇ? ਇਹਨਾਂ ਦੋਹਾਂ ਚ ਚੂਜ਼ ਕਰਨਾ ਆਪਾਂ, in ਜਾਂ by। तो पहला सेंटेंस देखिए आप, शी गोज टू स्कूल इन ए बस या बाय ए बस। इत्थे लगेगा इन ए बस, जिथे आर्टिकल लगा है तो इन ए बस, जे आर्टिकल नहीं लगा तो बाय बस। शी गोज टू स्कूल बाय बस, शी गोज टू स्कूल इन ए बस, ध्यान रखना है। फॉर ते सिंस टाइम नाल रिलेटेड प्रैपोजिशन जिहड़ियां ने, जे पॉइंट ऑफ टाइम दिता होवे तो सिंस, जे पीरियड ऑफ टाइम दिता होवे तो फॉर। पॉइंट ऑफ टाइम मतलब स्टार्टिंग पॉइंट। जिमें ਆਪਾਂ ਇਹ ਦੋ ਸੈਂਟੈਂਸ ਦੇਖੀਏ, she has been working dash 5 o'clock ਤੇ ਜਾਂ ਫਿਰ she has been working dash 5 hours। ਇੱਥੇ ਟਾਈਮ ਦਿੱਤਾ ਹੈ point of time 5 o'clock, ਇੱਥੇ 5 hours ਇਹ period of time ਹੈ, ਇਸ ਕਰਕੇ point of time ਦਿੱਤਾ ਹੋਵੇ ਤਾਂ since।
She has been working since 5 o'clock. She has been working for 5 hours. ਇਹ ਧਿਆਨ ਰੱਖਣਾ ਹੈ point of time ਤੇ period of time. Point of time ਨਾਲ since, period of time ਨਾਲ for. I have been living in the city dash 2001. I have been living in the city dash 20 years. A point of time या ਇਹ ਹੈ period of time. ਇਸ ਕਰਕੇ since 2001 ਤੇ for 20 years. तो ਇਸ ਜਿਹੜੇ ਟਾਈਮ ਰਿਲੇਟਡ ਵਰਡਸ ਨੇ ਉਹਨਾਂ ਨਾਲ for ਤੇ since ਕਿਵੇਂ ਲਾਉਂਦੇ ਆਪਾਂ। ਇਹ ਸੀ ਪ੍ਰੈਪੋਜੀਸ਼ਨ ਬਾਰੇ ਵੀਡੀਓ। ਉਮੀਦ ਹੈ ਤੁਹਾਨੂੰ ਚੰਗੀ ਤਰ੍ਹਾਂ ਸਮਝ ਆਇਆ ਹੋਵੇਗਾ ਤੇ ਜੇ ਅੱਛਾ ਲੱਗਿਆ ਹੋਵੇ ਤਾਂ ਇਸ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਤੇ ਬਾਕੀ ਵੀਡੀਓਜ਼ ਵਾਸਤੇ ਸਾਡੇ ਚੈਨਲ ਹੰਸ ਕੋਚਿੰਗ ਨੂੰ ਸਬਸਕ੍ਰਾਈਬ ਕਰੋ। ਥੈਂਕ ਯੂ ਫॉर ਵਾਚਿੰਗ।